Quindi già mi sembra che scusate che ਤਾਂ ਹੀ ਇਹਨਾਂ ਦੁਆਰਾ ਖਿੱਚੀ ਗਈ ਇਹ ਆ। अपने भांड नहीं होंगे जो इस टाइप का कोई वाला चीज ये वाली
ਆਓ ਦੋਸਤੋ ਹੁਣ ਝਾਂਸੀ ਦਾ ਕਿਲਾ ਦੇਖੀਏ। ਟਿਕਟ ਲੈ ਲਈ ਆ 25 ਰੁਪਏ ਟਿਕਟ ਦਾ ਰੇਟ ਆ ਸਿਰਫ ਕਿਲੇ ਨੂੰ ਦੇਖਣ ਦਾ। ਜੇ ਵੀਡੀਓ ਕੈਮਰਾ ਨਾਲ ਆ ਤਾਂ ਉਹਦਾ ਵੀ 25 ਰੁਪਏ ਆ, ਔਰ ਜੇ ਲਾਈਟ ਐਂਡ ਸਾਊਂਡ ਸ਼ੋਅ ਦੇਖਣਾ ਉਹਦੀ ਟਿਕਟ ਅੰਦਰ ਹੀ ਮਿਲੂਗੀ। ਆਓ ਹੁਣ ਕਿਲਾ ਦੇਖਦੇ ਹਾਂ। ਅੰਦਰ ਦਾਖਲ ਹੁੰਦੇ ਸੁਭਦਰਾ ਕੁਮਾਰੀ ਚੌਹਾਨ ਦੁਆਰਾ ਲਿਖੀ ਹੋਈ ਰਾਣੀ ਝਾਂਸੀ ਦੇ ਪ੍ਰਤੀ ਜਿਹੜੀ ਆ ਉਹ ਕਵਿਤਾ ਉਹ ਇੱਥੇ ਦਰਜ ਹੈ। ਔਰ ਉੱਪਰ ਚੜ੍ਹ ਕੇ ਐਂਟਰੀ ਗੇਟ ਹੈ, ਬਸ ਥੋੜੀ ਜਿਹੀ ਜੀ ਕਦਮਾਂ ਤੇ ਹੈ। ਇਹ ਕਿਲੇ ਦੇ ਬਾਹਰੀ ਦ੍ਰਿਸ਼ ਨਜ਼ਰ ਆਉਂਦੇ ਆ ਦੋਸਤੋ। ਸਰਦੀ ਦੇ ਮੌਸਮ 'ਚ ਵੀ ਦਿਨੇ ਪਸੀਨੇ ਨਿਕਲੇ ਆ ਤਾਂ ਜੇ ਕਿਲਾ ਦੇਖਣਾ ਤਾਂ ਸਵੇਰੇ ਜਾਂ ਸ਼ਾਮ ਦਾ ਸਮਾਂ, ਸ਼ਾਮ ਦਾ ਵੈਸੇ ਜ਼ਿਆਦਾ ਅੱਛਾ ਕਿਲਾ ਦੇਖਣ ਦੇ ਲਈ। ਸੋ ਆਓ ਐਂਟਰੀ ਗੇਟ ਵੱਲ ਤੇ ਪਹੁੰਚੀਏ। ਪਿਛਲੇ ਕਈ ਦਿਨਾਂ ਤੋਂ ਕਿਲੇ ਦੇਖੀ ਜਾਂਦੇ ਆ। ਗਵਾਲੀਅਰ ਦਾ ਕਿਲਾ ਦੇਖਿਆ, ਉਸ ਤੋਂ ਬਾਅਦ ਓਰਛਾ ਦੇ ਸਾਰੇ ਕਿਲੇ ਦੇਖੇ, ਤੇ ਹੁਣ ਆਹ ਦੇਖਦੇ ਆ ਆਪਾਂ ਝਾਂਸੀ ਦਾ ਕਿਲਾ। ਆਹ ਐਂਟਰੀ ਗੇਟ ਆ। ਹੁਣ ਮਸ਼ੀਨ ਗਨ ਦੇ ਦਰਸ਼ਨ ਹੋ ਗਏ। ਚਲੋ ਸਾਨੂੰ ਇੱਧਰ ਪੰਚ ਮਹਿਲ ਆ, ਮੁਹੰਮਦ ਗੌਸ ਦੀ ਕਬਰ ਆ, ਮੋਦ ਬਾਗ ਆ ਬਣਿਆ ਹੋਇਆ 1896। ਸਕੂਲ ਕੇ ਬੱਚੇ ਕਿਲੇ ਨੂੰ ਦੇਖਣ ਲਈ ਆਏ ਹੋਏ ਨੇ ਅੱਜ। ਇਹ ਜਗ੍ਹਾ ਦਿਖਾਉਂਦੀ ਹੈ ਕਿ ਰਾਣੀ ਝਾਂਸੀ ਇੱਥੋਂ ਆਪਣੇ ਘੋੜੇ ਸਮੇਤ ਛਾਲ ਮਾਰ ਕੇ ਆਪਣੀ ਜਿਹੜੀ ਆ ਆਖਰੀ ਦਮ ਤੱਕ ਲੜਦੀ ਹੋਈ ਇਸ ਜਗ੍ਹਾ ਤੋਂ ਪਾਰ ਹੋਈ, ਝਾਂਸੀ ਦੇ ਕਿਲੇ ਤੋਂ। ਇਹ ਸਥਾਨ ਦਰਸਾਉਂਦਾ ਦੋਸਤੋ ਕਿ ਰਾਣੀ ਝਾਂਸੀ 4-5 ਅਪ੍ਰੈਲ 1858 ਦੀ ਰਾਤ ਨੂੰ ਕਿਲੇ ਤੋਂ ਬਾਹਰ ਨਿਕਲੀ, ਆਪਣੇ ਪੁੱਤਰ ਦੱਤਕ ਪੁੱਤਰ ਦਾਮੋਦਰ ਰਾਓ ਦੇ ਨਾਲ ਤੇ ਕਾਲਪੀ ਹੁੰਦੀ ਹੋਈ ਗਵਾਲੀਅਰ ਪਹੁੰਚੀ ਤੇ ਦੁਸ਼ਮਣ ਦੇ ਨਾਲ ਲੜਦੀ ਹੋਈ ਵੀਰ ਗਤੀ ਨੂੰ ਪ੍ਰਾਪਤ ਹੋਈ। ਸੋ ਇਸ ਸਥਾਨ ਦਾ ਨਾਮ ਹੈ ਜੰਪਿੰਗ ਸਪਾਟ ਉਦਾਨ ਸਥਲ ਝਾਂਸੀ। ਸੋ ਕਿਲੇ ਦੀ ਅੰਦਰੂਨੀ ਸੰਰਚਨਾ ਕੁਛ ਇਸ ਤਰ੍ਹਾਂ ਦੀ ਹੈ ਦੋਸਤੋ। ਇਸ ਸਥਾਨ ਨੂੰ ਕੈਦਖਾਨੇ ਵਜੋਂ ਵਰਤਿਆ ਜਾਂਦਾ ਸੀ ਦੋਸਤੋ। ਲੰਬੇ ਸੰਘਰਸ਼ ਤੋਂ ਬਾਅਦ ਆਜ਼ਾਦੀ ਦੀ ਲੜਾਈ ਦੇ ਵਿੱਚ ਆਖਰ ਭਾਰਤ ਦਾ ਝੰਡਾ ਜਿਹੜਾ ਹਰ ਇੱਕ ਕਿਲੇ ਤੇ ਫਹਿਰਾਉਣ ਲੱਗਿਆ, ਤੇ ਇਸੇ ਤਰ੍ਹਾਂ ਇਹ ਝਾਂਸੀ ਦੇ ਕਿਲੇ ਤੇ ਵੀ ਅੱਜ ਫਹਿਰਾ ਰਿਹਾ। ਝਾਂਸੀ ਦਾ ਦੂਰ ਤੱਕ ਦੂਰ ਦ੍ਰਿਸ਼ ਨਜ਼ਰ ਆਉਂਦੇ ਆ। ਇਹ ਬਾਹਰੀ ਦੀਵਾਰ ਹੈ ਔਰ ਇਹ ਵਿਚਾਲੇ ਇਸ ਤਰ੍ਹਾਂ ਦਾ ਸਰਫੇਸ ਤਾਂ ਹੈ ਤਾਂ ਕਿ ਘੋੜੇ ਜਦੋਂ ਭੱਜਣ ਵੇਲੇ ਇੱਥੋਂ ਫਿਸਲਣ ਨਾ, ਜਾਂ ਕਿਸੇ ਦਾ ਹੋਰ ਵੀ ਜੇ ਕੋਈ ਭੱਜ ਕੇ ਅੱਗੇ ਜਾ ਰਿਹਾ ਤਾਂ ਪੈਰ ਨਾ ਫਿਸਲੇ। ਇਹ ਬਾਹਰੀ ਬੁਰਜ ਵਗੈਰਾ ਨਜ਼ਰ ਆਉਂਦੇ ਆ ਔਰ ਇਹ ਬਾਹਰੀ ਕੰਧ ਇਹ ਆ ਕਿਲੇ ਦੀ ਬਾਹਰਲੀ ਤਕਰੀਬਨ 2-3 ਫੁੱਟ ਮੋਟੀ ਦੀਵਾਰ ਮਜ਼ਬੂਤੀ ਦੇ ਲਈ। ਇਸੇ ਤਰ੍ਹਾਂ ਦੀਆਂ ਦੀਵਾਰਾਂ ਜਿਹੜੀਆਂ ਨੇ ਕਿਲਿਆਂ ਦੀ ਸੁਰੱਖਿਆ ਦੇ ਲਈ ਬਣਾਈਆਂ ਜਾਂਦੀਆਂ ਸੀ। ਔਰ ਪਿੱਛੇ ਦੇਖੋ ਦੋਸਤੋ ਥੱਲੇ ਮੰਦਿਰ ਹੈ ਜਿੱਥੇ ਰਾਣੀ ਲక్ష్ਮੀ ਬਾਈ ਪੂਜਾ ਕਰਨ ਜਾਂਦੀ ਸੀ। ਕਿਲੇ ਦੇ ਬਿਲਕੁਲ ਸਾਈਡ ਤੇ ਨੀਚੇ ਬਣਿਆ ਹੋਇਆ। ਇਹਦੇ ਵਿੱਚ ਜਗ੍ਹਾ ਜਗ੍ਹਾ ਇਸ ਤਰ੍ਹਾਂ ਦੇ ਹਿੱਸੇ ਬਣੇ ਹੋਏ ਨੇ ਜਿੱਥੋਂ ਕਿ ਦੁਸ਼ਮਣ ਨੂੰ ਦੇਖ ਕੇ ਗੋਲੀ ਮਾਰੀ ਜਾ ਸਕੇ। ਆਹ ਦੇਖੋ ਇਸ ਤਰ੍ਹਾਂ ਦੇ ਦੇਖਣ ਦੇ ਸਥਾਨ ਆਹ ਕਾ ਬਣਿਆ ਹੋਇਆ ਦੇਖ ਲਓ। ਇਹ ਸਾਰੇ ਇਸੇ ਤਰ੍ਹਾਂ ਦੇ ਸਥਾਨ ਬਣੇ ਹੋਏ ਦੋਸਤੋ। ਕਿਹੜੇ ਸਮਿਆਂ ਦੀਆਂ ਗੱਲਾਂ ਨੇ। ਇੱਥੋਂ ਝਾਂਸੀ ਦਾ ਦ੍ਰਿਸ਼ ਦੇਖ ਲਓ ਔਰ ਉਹ ਮੰਦਿਰ ਦੇਖੋ ਜਿੱਥੇ ਰਾਣੀ ਪਾਠ ਪੂਜਾ ਕਰਨ ਜਾਂਦੇ ਸੀ ਥੱਲੇ ਉਤਰ ਕੇ। ਔਰ ਇਹ ਬਾਹਰਲੀ ਦੀਵਾਰ ਨਜ਼ਰ ਆਉਂਦੀ ਆ। ਹੋ ਕਿੰਨੇ ਪੁਰਾਣੇ ਸਮਿਆਂ ਦੀਆਂ ਯਾਦਾਂ ਇਹਨਾਂ ਪੱਥਰਾਂ, ਇਹਨਾਂ ਦੀਵਾਰਾਂ ਦੇ ਵਿੱਚ ਛੁਪੀਆਂ ਪਈਆਂ ਨੇ। ਤੇ ਰਾਣੀ ਝਾਂਸੀ ਦਾ ਪਾਰਕ ਬਾਗ, ਜਿਹਨੂੰ ਆਮੋਦ ਬਾਗ ਕਹਿੰਦੇ। ਇੱਥੇ ਕਿੰਨੀ ਬਰੀਕ ਇੱਟ ਜਿਹੜੀ ਇਸਤੇਮਾਲ ਕੀਤੀ ਜਾਂਦੀ ਸੀ। ਉਹ ਵਿੱਚ ਜਿਹੜਾ ਚੂਨਾ ਵਗੈਰਾ ਭਰ ਕੇ ਏਡੀਆਂ ਮੋਟੀਆਂ ਦੀਵਾਰਾਂ ਦੇਖੋ। ਆ ਡਾਟ ਸਿਸਟਮ ਦੇ ਨਾਲ ਇਕਣਾ ਛੱਤ ਵਗੈਰਾ ਬਣਾ ਦਿੰਦੇ ਸੀ। ਆਹ ਦੇਖੋ ਕਿਵੇਂ ਬਣੀ ਹੋਈ ਆ ਇਹ ਸਾਰੀ ਇਹ ਕੰਧ ਨਜ਼ਰ ਆਉਂਦੀ ਹੈ। ਦੇਖੋ ਸਾਰੀ ਇਹ ਆ ਇੱਥੇ ਚੜ ਕੇ ਇਕਣ ਲੜਾਈ ਕਰਨ ਦੇ ਲਈ ਸਥਾਨ ਬਣੇ ਹੋਏ ਆ। ਸੋ ਐਂ ਲੱਗਦਾ ਕਿਲੇ ਦੇਖ ਕੇ ਵੀ ਕਿਲੇ ਬਸ ਲੜਨ ਲਈ ਹੁੰਦੇ ਸੀਗੇ। ਬਸ ਰਾਜੇ ਦਾ ਮਤਲਬ ਲੜਾਈ,
किले का मतलब युद्ध लड़ाई। सो कैसे ज़माने सी दोस्तों। सो संघर्षां दी लड़ी परी ही लंबी आ। सो किले उन्हां लड़ियां नूं थोड़ी जे साडे तक पहुँचाउण दा एक कोशिश करदे आ कि मराठा साम्राज्य बन गया और ध्वज बदल गया। सदी की समाप्ति के बाद झांसी की सूबेदारी का जिम्मा नेवालकर को सौंपा गया। इसी वंश में भारत के मुकुट में वह अनमोल हीरा था जिसकी अद्वितीय चमक पर भारतीय इतिहास गर्व करता है। स्वतंत्रता संग्राम की नायिका मोरबन नाम में एक प्रतिष्ठित ब्राह्मण थे। उनकी पत्नी भागीरथी ने एक कन्या को जन्म दिया। पिता ने नाम रखा मणिकर्णिका। सबकी चहेती मणिकर्णिका को मां प्यार से मनु कहकर बुलाती थी और पेशवा बाजीराव द्वितीय छबीली कहकर पुकारते थे। जमुना जी की मृत्यु उपरांत मोरोपंत दानवे जी काशी से पिठूर आ गए थे, जहां वे पेशवा बाजीराव द्वितीय के लिए काम करते थे। नटखट मासूम मणिकर्णिका सबकी चहेती थी, लेकिन ज्ञान लेने के लिए नहीं जाती थी इस तक या उस तक। उसकी शिक्षिकाएं थी उस तक। झांसी 1842 के शुभ दिन पर नेवालकर के महाराज गंगाधर राव से उनका विवाह हुआ और मेरे आंगन में जब उनका प्रवेश हुआ तो लगा मानो साक्षात लक्ष्मी का आगमन हुआ है। काशी की मणिकर्णिका को झांसी ने नया नाम दिया, लक्ष्मीबाई। अपने नए नाम लक्ष्मीबाई के साथ वह झांसी के लिए लक्ष्मी बनकर आई थी। राज्य में वैभव लाई थी। विवाह के हर्षोल्लास के बीच ईस्ट इंडिया कंपनी की हुकूमत ने महाराज गंगाधर राव को और एक कुशल प्रशासक थे, काफी उदार और कला प्रेमी थे। सन 1804 में हुई संधि के मुताबिक झांसी भी दूसरे पड़ोसी राज्यों की तरह ईस्ट इंडिया कंपनी के अधीन आता है। इसलिए कंपनी उनके गोद लिए हुए पुत्र दामोदर राव को झांसी के उत्तराधिकारी का दर्जा। अंग्रेजी फरमान सुनकर रानी लक्ष्मीबाई क्रोध की ज्वाला से दहक उठी। वो जानती थी कि अंग्रेज झांसी को हथिया कर उसे बर्बाद करना चाहते हैं। वो किसी भी कीमत पर किला छोड़ने के लिए तैयार नहीं थी। देशमुख जी ने उन्हें शांति से समझाया। श्रीमान, मैं आपकी पीड़ा और क्रोध को समझ सकता हूं। देखिए, अभी समय हमारे अनुकूल नहीं है। उठो और युद्ध करो। इतना कहकर रानी इस किले को छोड़कर चली गई। उस दिन दुल्हन बनकर आई रानी को मेरी देहरी से बाहर जाना अपनी सेना में शामिल कर ली। 23 मार्च 1858 के दिन अंग्रेजों ने झांसी पर हमला बोल दिया। बारूद के धमाकों के बीच खड़ा मैं ये सब देख रहा था, लेकिन झांसी में वफादारों की भी कोई कमी नहीं थी। अप्रैल 1858 को अंग्रेजों पर धावा बोल दिया, लेकिन अंग्रेजी फौज ने उन्हें पीछे खदेड़ दिया। अंग्रेजी फौजें शहर में प्रवेश करने में सफल हुई। इधर किले के बुर्ज पर पहले गौस था और फिर थोड़ी देर बाद मोतीबाई भी शहीद हुई।
लक्ष्मीबाई ने अपने 3 सबसे होनहार सैनिकों को खो दिया। झांसी के विरुद्ध होती जा रही थी। उस समय अंग्रेजों को भ्रमित करने के लिए बहादुर झलकारी बाई रानी लक्ष्मीबाई का वेश धारण करके युद्ध भूमि में उतर गई। वेशभूषा के कारण झलकारी को रानी समझकर उनसे युद्ध करने। झलकारी ने रानी लक्ष्मीबाई और उनके पुत्र की जान बचाने के लिए अपने प्राणों की आहुति दी। तभी टूटी हुई दीवारों से काटी और देखते ही देखते मेरी आंखों से गुजर कदम है। हमारी लड़ाई इन तिरंगियों से है जो हमारे देश में घुस आए हैं। हमें इन्हें अपने देश से बाहर निकालना है और स्वतंत्र भारत का जो सपना हम सब ने मिलकर देखा है उसे पूरा करना है। सूरज निकलते ही जंग शुरू हो गई। रानी लक्ष्मीबाई की तलवार के आगे दुश्मनों के पैर उखड़ने लगे। पहला पहर रानी लक्ष्मीबाई के पक्ष में था। दूसरे पहर तक अंग्रेजों को समझ आ चुका था कि अगर रानी लक्ष्मीबाई को नहीं रोका गया तो ये जंग कभी नहीं जीत सकेंगे। तभी फिरंगियों ने अपनी रणनीति में बदलाव किया और हुसार दस्ते को रानी लक्ष्मीबाई से लड़ने आगे भेजा। हुसार दस्ते ने भी ऐसी वीरांगना पहले कभी नहीं देखी थी। शत्रुओं का संहार कर रही थी रानी लक्ष्मीबाई। लेकिन उस दिन रानी का विश्वास पात्र घोड़ा उनका साथ न दे सका। एक नाले के पास पहुंचकर ठिठर गया। रानी को हुसार दस्ते ने घेर लिया। ठिठक गया समय, ठिठक गई दिशाएं, ठिठक गई थी मेरी भी सांसें। दुश्मनों से घिरी रानी आंधी प्रबंधन की तरह लड़ती रही। तभी एक घाती दरिंदे ने उनकी बस्तियों के पास तलवार से वार किया। रानी चोटिल हो गई। उनके शरीर से खून बह रहा था। पर वो तो खूब लड़ी मर्दानी, वो तो झांसी वाली रानी थी। घाव खाकर भी पूरे ताव और चाव से लड़ती रही। एक एक कर शत्रु धराशायी हो रहे थे। किसी ने उनके सिर पर वार किया। इस बार उनकी आंख जख्मी हो गई। उन्हें ठीक से दिखाई नहीं दे रहा था। फिर भी रानी डटी रही। हुसारों का सफाया करते हुए तभी गुल मोहम्मद और बाकी साथी रानी के पास पहुंचे। सबने देखा कि रानी नक से शिख तक खून से लथपथ है। देखते देखते रानी घोड़े की पीठ पर लुढ़क गई। मेरे मन में गूंज रहे हैं युद्ध शुरू होने से पहले ही रानी के शब्द। आज ये नहीं कर सकते थे। वो घड़ी हमारे सामने थी। बाबा ने रानी के मुंह में गंगा जल डाला। थोड़ी देर में रानी की आंख खुली। उनके आखिरी शब्द थे हर हर महादेव और ओम नमो वासुदेवाय। वो हमें और अपनी जान से भी ज्यादा प्यारी मातृभूमि को छोड़कर सदा के लिए चली गई। रानी लक्ष्मीबाई की देह पंचतत्वों में विलीन हो गई।